ਦੀ ਲੜਾਈ ਲੜਨੀ ਆ, ਆਓ ਇਕੱਠੇ ਹੋ ਕੇ ਲੜੀਏ। ਤੇ ਸੁਬਾਹ ਵੀ ਜਦੋਂ ਦਿਨ ਚੜ੍ਹਨ ਤੋਂ ਪਹਿਲਾਂ ਸੂਚਨਾ ਮਿਲ ਜਾਂਦੀ ਹੈ ਕਿ ਇੱਕ ਕਿਸਾਨ ਸ਼ਹੀਦ ਹੋ ਗਿਆ, ਸ਼ਾਮ ਨੂੰ ਵੀ ਪੈਣ ਤੋਂ ਪਹਿਲਾਂ ਇੱਕ ਸੂਚਨਾ ਮਿਲ ਜਾਂਦੀ ਹੈ ਕਿ ਫਲਾਣੇ ਸਟੇਜ ਤੋਂ ਇੱਕ ਕਿਸਾਨ ਖੁਦਕੁਸ਼ੀ ਕਰ ਗਿਆ। ਫਿਰ ਤੁਸੀਂ ਅੰਦਾਜ਼ਾ ਲਾ ਕੇ ਦੱਸੋ ਵੀ ਅਸੀਂ ਇਸ ਅੰਦੋਲਨ ਦੇ ਪ੍ਰਤੀ ਕੋਈ ਰਣਨੀਤੀ, ਕੋਈ ਵਿਚਾਰ ਚਰਚਾ, ਕੋਈ ਬੈਠ ਕੇ ਕੋਈ ਪਲਾਨਿੰਗ ਬਣਾ ਸਕਾਂਗੇ? ਸੋ ਸਾਡੀ ਬੇਨਤੀ ਹੈ, ਇਸ ਮਾਯੂਸੀ ਚੋਂ ਨਿਕਲੋ। ਮੈਨੂੰ ਮਹਿਸੂਸ ਹੁੰਦਾ ਜਿੰਨੇ ਵੀ ਵੀਰਾਂ ਨੇ ਸੁਸਾਈਡ ਨੋਟ ਲਿਖੇ ਹੈ, ਸਾਰਿਆਂ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਬੇਸ਼ਰਮ ਹੋ ਗਈ ਹੈ, ਸਰਕਾਰ ਇੰਨਾ ਚਿਰ ਹੋ ਗਿਆ ਬੈਠਿਆਂ ਨੂੰ, ਸਾਨੂੰ ਸਾਡੀਆਂ ਮੰਗਾਂ ਨਹੀਂ ਪ੍ਰਵਾਨ ਕਰ ਰਹੀ। ਮੈਂ ਬੇਨਤੀ ਕਰਾਂ ਵੀਰੋ, ਇਸ ਮਾਯੂਸੀ ਦੇ ਆਲਮ ਚੋਂ ਬਾਹਰ ਨਿਕਲੋ, ਆਪਾਂ ਆਪਣੇ ਇਤਿਹਾਸ ਕੰਨੀ ਨਿਗਾਹ ਮਾਰੋ। ਜਿਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਦੀ ਲੜਾਈ ਚ ਲੜ ਰਹੀ ਜਾ ਰਹੀ ਸੀ ਆਪਣੇ ਖਾਲਸਿਆਂ ਵੱਲੋਂ, ਜਥੇਦਾਰਾਂ ਵੱਲੋਂ, ਉਹਦਾ ਪਤਾ ਕਿੰਨੇ ਚਿਰ ਬਾਅਦ ਚਾਬੀਆਂ ਮਿਲੀਆਂ ਸੀ? 2 ਸਾਲ ਲਗਾਤਾਰ ਅੰਦੋਲਨ ਲੜਿਆ ਸੀ, ਫਿਰ ਚਾਬੀਆਂ ਮਿਲੀਆਂ ਸੀ। ਇਹਨਾਂ ਦੀ ਬੀਜੇਪੀ ਦੀ ਲੀਡਰਸ਼ਿਪ ਹੈ, ਜਿਹੜੀ ਯੂਨੀਅਨ ਲੀਡਰਸ਼ਿਪ ਹੈ, ਉਹ ਦੁਹਾਈ ਪਿੱਟ ਕੇ ਰੋ ਰੋ ਕੇ ਕਹਿ ਰਹੀ ਹੈ ਕਿ ਰੱਬ ਦਾ ਵਾਸਤਾ ਬੀਜੇਪੀ ਮਰ ਜੂਗੀ, ਬੀਜੇਪੀ ਖਤਮ ਹੋ ਜੂਗੀ। 70-77% ਲੋਕ ਸਾਡੇ ਖਿਲਾਫ ਹੋ ਗਏ ਹੈ। ਇਹ ਦੇਖੀ ਹੈ ਨਾ ਵੀਡੀਓ, ਬਹੁਤ ਸਾਰਿਆਂ ਨੇ ਦੇਖੀ ਹੋਣੀ ਹੈ। ਤੁਸੀਂ ਅੰਦਾਜ਼ਾ ਲਾਓ, ਇਹ ਤੁਹਾਡੇ ਸ਼ਾਂਤਮਈ ਅੰਦੋਲਨ ਕਰਕੇ ਹੈ। ਜਦੋਂ ਉਹਨਾਂ ਦੇ ਅੰਦਰ ਇਹ ਖਲਬਲੀ ਮਚ ਗਈ ਹੈ, ਇਸ ਖਲਬਲੀ ਨੇ ਹੀ ਤੁਹਾਡੀ ਜਿੱਤ ਕਰਾਉਣੀ ਹੈ। ਪਰਮ ਸਤਿਕਾਰਯੋਗ ਮੇਰੇ ਬਹੁਤ ਹੀ ਪਿਆਰੇ ਜੁਝਾਰੂ ਕਿਸਾਨ ਮਿੱਤਰੋ, ਮੇਰੀਆਂ ਭੈਣਾਂ, ਮੇਰੇ ਨੌਜਵਾਨ ਬਜ਼ੁਰਗ, ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦੋਸਤੋ, ਕੱਲ ਵੀ ਰਾਤ ਇੱਕ ਕਿਸਾਨ ਨੇ ਜਿਹੜੀ ਇੱਥੇ ਘਟਨਾ ਵਾਪਰੀ ਹੈ, ਉਸ ਤੋਂ ਪਹਿਲਾਂ ਕੱਲ ਸਵੇਰ 3 ਵਜੇ ਟਿਕਰੀ ਬਾਰਡਰ ਤੋਂ ਟੈਲੀਫੋਨ ਆਇਆ ਕਿ ਸਾਡਾ ਇੱਕ ਕਿਸਾਨ ਉੱਥੇ ਸ਼ਹੀਦ ਹੋ ਗਿਆ। ਤੇ ਉਸੇ ਹੀ ਦਿਨ ਪਹਿਲੀ ਰਾਤ ਨੂੰ ਇੱਥੋਂ ਫਿਰ ਇੱਕ ਕਿਸਾਨ ਨੇ ਖੁਦਕੁਸ਼ੀ ਦੀ ਖਬਰ ਆਈ। ਸਾਡੀ ਹੱਥ ਬੰਨ ਕੇ ਬੇਨਤੀ ਹੈ, ਮੈਂ ਇਸੇ ਮਾਮਲੇ ਤੇ 2 ਬੇਨਤੀਆਂ ਕਰਨੀਆਂ ਹੈ, ਕਿਉਂਕਿ ਮੀਟਿੰਗ ਹੋਣੀ ਹੈ ਹੁਣ ਕਿਸਾਨ ਜਥੇਬੰਦੀਆਂ ਦੀ, ਮੈਂ ਮੀਟਿੰਗ ਦੇ ਵਿੱਚ ਜਾਣਾ ਹੈ। ਪਿਆਰਿਓ, ਇਸ ਤਰ੍ਹਾਂ ਦੇ ਨਾਲ ਅੰਦੋਲਨ ਲੜਿਆ ਨਹੀਂ ਜਾਣਾ, ਜਿੱਤਿਆ ਨਹੀਂ ਜਾਣਾ। ਜਦੋਂ ਕਿਤੇ ਘਟਨਾ ਵਾਪਰਦੀ ਹੈ, ਤੁਸੀਂ ਅੰਦਾਜ਼ਾ ਲਾ ਕੇ ਦੇਖਿਓ ਕਿ ਸਾਡੇ ਸੱਦੇ ਤੇ ਤੁਸੀਂ ਆਏ ਹੋ। ਆਪਾਂ ਇੱਕ ਸੱਦਾ ਦਿੱਤਾ ਸਾਰਿਆਂ ਨੇ ਰਲ ਕੇ ਕਿ ਕਿਸਾਨਾਂ ਦੀ ਲੜਾਈ ਲੜਨੀ ਆ, ਆਓ ਇਕੱਠੇ ਹੋ ਕੇ ਲੜੀਏ। ਤੇ ਸੁਬਾਹ ਵੀ ਜਦੋਂ ਦਿਨ ਚੜ੍ਹਨ ਤੋਂ ਪਹਿਲਾਂ ਸੂਚਨਾ ਮਿਲ ਜਾਂਦੀ ਹੈ ਕਿ ਇੱਕ ਕਿਸਾਨ ਸ਼ਹੀਦ ਹੋ ਗਿਆ, ਸ਼ਾਮ ਨੂੰ ਵੀ ਪੈਣ ਤੋਂ ਪਹਿਲਾਂ ਇੱਕ ਸੂਚਨਾ ਮਿਲ ਜਾਂਦੀ ਹੈ ਕਿ ਫਲਾਣੇ ਸਟੇਜ ਤੋਂ ਇੱਕ ਕਿਸਾਨ ਖੁਦਕੁਸ਼ੀ ਕਰ ਗਿਆ। ਫਿਰ ਤੁਸੀਂ ਅੰਦਾਜ਼ਾ ਲਾ ਕੇ ਦੱਸੋ ਵੀ ਅਸੀਂ ਇਸ ਅੰਦੋਲਨ ਦੇ ਪ੍ਰਤੀ ਕੋਈ ਰਣਨੀਤੀ, ਕੋਈ ਵਿਚਾਰ ਚਰਚਾ, ਕੋਈ ਬੈਠ ਕੇ ਕੋਈ ਪਲਾਨਿੰਗ ਬਣਾ ਸਕਾਂਗੇ? ਸੋ ਸਾਡੀ ਬੇਨਤੀ ਹੈ, ਇਸ ਮਾਯੂਸੀ ਚੋਂ ਨਿਕਲੋ। ਮੈਨੂੰ ਮਹਿਸੂਸ ਹੁੰਦਾ ਜਿੰਨੇ ਵੀ ਵੀਰਾਂ ਨੇ ਸੁਸਾਈਡ ਨੋਟ ਲਿਖੇ ਹੈ, ਸਾਰਿਆਂ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਬੇਸ਼ਰਮ ਹੋ ਗਈ ਹੈ, ਸਰਕਾਰ ਇੰਨਾ ਚਿਰ ਹੋ ਗਿਆ ਬੈਠਿਆਂ ਨੂੰ, ਸਾਨੂੰ ਸਾਡੀਆਂ ਮੰਗਾਂ ਨਹੀਂ ਪ੍ਰਵਾਨ ਕਰ ਰਹੀ। ਮੈਂ ਬੇਨਤੀ ਕਰਾਂ ਵੀਰੋ,
इस मायूसी के आलम चों बाहर निकलो, आपां अपने इतिहास कन्ने निगाह मारो। जिस वेले गुरुद्वारा सुधार लहर की लड़ाई लड़ रही जा रही सी अपने खालसियां वालों, जथेदारां वालों, उहदा पता किन्ने चिर बाद चाबियां मिलियां सी? 2 साल लगातार अंदोलन लड़िया सी, फिर चाबियां मिलियां सी आपां नूं। और यही लड़ाई चाचा जीत सिंह ने 1907 च लड़ी ते लगातार 9 महीने लड़ाई लड़ी, फिर जित्ती, जित के गए। आपां इन्नी घबराहट दे विच ना आइए। लड़ाई जित वल नूं जा रही है। एक शायद तुहाडे सारिआं कोल एक वीडियो आई होवे, राजनाथ नूं इन्हां दी बीजेपी दी लीडरशिप है, जिहड़ी यूनियन लीडरशिप है, वो दुहाई पिट के रो रो के कह रही है कि रब दा वास्ता बीजेपी मर जूगी, बीजेपी खत्म हो जूगी। 70-77% लोग साडे खिलाफ हो गए हैं। ये देखी है ना वीडियो, बहुत सारे ने देखी होनी है। तुसी अंदाजा लाओ, ये तुहाडे शांतमई अंदोलन करके है। जदों उन्हां दे अंदर ये खलबली मच गई है, इस खलबली ने ही तुहाडी जित कराउणी है। बहुत लंबा समा नहीं, थोड़े समय दे विच सरकार ने गोडे टेक देने हैं। थोड़ी शांतमई लड़ाई देखियो, बड़ा लंबा चਿਰ नहीं लड़न की लोड़। जो तुसीं जिहड़े ढंग नाल बैठे रहे ना, मैनूं जिथों तक लगता है कि मोदी जी की सरकार डिगनी है, सरकार टुटनी है, ये हालात बन गए। तो साडी हथ बन के बेनती है, तुसीं जित वल वध रहे हो, मायूसी दे विच ना आओ। तुहाडी जदों किसी की भी असीं खबर सुनते हैं, यकीन करियो सानू, मैं आपकी गल दसदा, मैनूं अज 3 दिन हो गए रोटी खाण नूं जी नहीं कीता मेरा। साडे किसान जा रहे ने, असीं महसूस कर रहे हैं कि शायद साडी कोई कमी है, शायद असीं इत्थे लिया बैठे। असीं ऐस अंदाजा लाओ कि जिहड़े परिवार दा आदमी चलिया गया, उस परिवार, उस भैन, उस मां दे सामने असी अपने आप नूं जाण दे काबिल नहीं महसूस कर रहे। तां किन्ना वड्डा घाटा है उस परिवार नूं, उन्हां बच्चिआं नूं। सो इस करके साडी हथ बन के बेनती है, असी साडी मिहनत मन लो, मेरी हथ बन के मिहनत है तुहाडे चरनां च कि कोई भी वीर अजिही कोई किसी तरह की घटना नूं अंजाम ना देवे। जे निगाह रखो, अपने आंढ गुआंढ च निगाह रखो, ट्रालियां च निगाह रखो। जे कोई आदमी ज़्यादा मानसिक तौर के उत्ते इस तरह महसूस कर रहा तो उन्हें हौसला दो, साडे वर्गियां नाल मिला दिया करो, ताकि आपां बचा सकीए, जान बच सके किसी की। एक तो इस गल के उत्ते विशेष ध्यान देने की लोड़ है। दूसरी मेरा ख्याल है, कल भी मैं इत्थों दस के गया सी स्टेज वाले नूं, मैनूं पता लग्या भी उहदी अनाउंसमेंट नहीं हुई। अज तो थोड़ा जिहा पिछे जाके किसान मजदूर एकता हॉस्पिटल खुलिया, 24 घंटे इत्थे वो डॉक्टर बैठे ने, हर तरह की तुहाडा इलाज करने लई, तुहानूं एमरजेंसी कवर करने लई। अगर किसी नूं कोई मुश्किल आउंदी है तो सब तो पहला इस हॉस्पिटल दे विच जाइए। इत्थे डॉक्टर 24 घंटे ने। ये ना होवे कि किते असी इत्थों चक के मरीज पता ना होवे सानूं ते मरीज चक के भज्जिए ते दूर जांदा जांदा साडे मरीज का नुकसान कर लईए। उन्हां बेचारियां ने बहुत चंगा काम कीता है। इत्थे आके कुछ मीडिया वाले मुंडियां दा सहयोग है, जिन्हां ने हॉस्पिटल खोलिया है। 8 मंजियां दा हॉस्पिटल बनाया उन्होंने, 8 मरीज इक्को वेरे संभाले जा सकते हैं। इत्थे उन्होंने ECG करन दा भी प्रबंध किया है। इत्थे उन्होंने तुहाडे कोई किसी तरह की किसी नूं लाउण दी लोड़ पैंदी है, हाँ ड्रिप वगैरह तो बहुत मामूली चीज़ है। ऑक्सीजन वगैरह का भी अरेंजमेंट करके सारी अरेंजमेंट की हुई है छोटे जे हॉस्पिटल दे विच। उन्होंने धन्नवाद करते हैं असीं उन्हां सारे नौजवानों का जिन्हों ने प्रबंध किया है। तो आपां इस गल दे उत्ते जरूर गौर करो, अगर किसी को कोई तकलीफ है, किसी को कोई दिल की कोई तकलीफ है, किसी को कोई होर तकलीफ है, तो इत्थे जाके हॉस्पिटल दे विच उन्हां दा नूं मौका दो सेवा करन दा।
ਔਰ ਇੱਥੇ ਨੇੜੇ ਆਪਾਂ ਸੰਭਾਲ ਸਕੀਏ, ਦੂਰ ਭੱਜਣ ਦੀ ਬਜਾਏ ਇੱਥੋਂ ਆਪਾਂ ਛੇਤੀ ਆਪਦੇ ਮਰੀਜ਼ ਨੂੰ ਫਸਟ ਏਡ ਦੇ ਸਕੀਏ। ਇੰਨੀਆਂ ਗੱਲਾਂ ਦਾ ਮੈਂ ਤੁਹਾਡੇ ਨਾਲ ਫਿਰ ਦੁਬਾਰਾ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ, ਤੁਸੀਂ ਮੇਰੇ ਸਾਰੇ ਸਤਿਕਾਰਯੋਗ ਹੋ, ਵੀਰ ਹੋ, ਕਿਰਪਾ ਕਰਕੇ ਆਪਣੇ ਆਂਢ ਗੁਆਂਢ ਦੇ ਵਿੱਚ ਨਿਗਾਹ ਰੱਖੋ। ਜੇ ਕੋਈ ਕਿਸੇ ਆਦਮੀ ਦੇ ਦਿਮਾਗ ਤੇ ਇਉਂ ਲੱਗਦਾ ਹੈ ਵੀ ਇੱਕ ਜ਼ਿਆਦਾ ਘਬਰਾਹਟ ਮਹਿਸੂਸ ਕਰ ਰਿਹਾ ਹੈ, ਜ਼ਿਆਦਾ ਡਿੱਗਿਆ ਮਨੋਬਲ ਦਾ, ਉਹਦਾ ਮਨੋਬਲ ਅਪ ਕਰਨ ਦੀ ਕੋਸ਼ਿਸ਼ ਕਰੋ, ਉਹਨੂੰ ਆਪਣੇ ਨਾਲ ਕਲਾਵੇ ਦੇ ਵਿੱਚ ਲੈ ਕੇ ਕਿਸੇ ਤਰ੍ਹਾਂ ਦੀ ਗਲਤੀ ਕਰਨ ਤੋਂ ਬਚਾਉਣ ਦਾ ਯਤਨ ਕਰੋ। ਜੇ ਨਹੀਂ ਤੁਹਾਡੇ ਤੋਂ ਸੂਤ ਆ ਰਹੀ ਗੱਲ ਤਾਂ ਸਾਡੇ ਨਾਲ ਤਾਲਮੇਲ ਕਰ ਲਓ, ਆਪਾਂ ਉਹਨਾਂ ਨੂੰ ਬਚਾ ਸਕੀਏ। ਇਹ ਬਹੁਤ ਜ਼ਰੂਰੀ ਹੈ। ਇੱਕ ਵਿਅਕਤੀ ਨੂੰ ਜਿਉਂਦਾ ਰੱਖ ਕੇ ਨਾ ਆਪਾਂ, ਇੱਕ ਤੁਸੀਂ ਤਕੜੇ ਹੋ ਕੇ ਹਿੰਮਤ ਮਾਰ ਕੇ ਤੇ ਬਹੁਤ ਵੱਡਾ ਕੰਮ ਕਰ ਗਏ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।